ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਕਿਰਪਾ ਨਾਲ ਗੁਰੂ ਦੇ ਦਰ ਜੁੜ ਕੇ ਵਾਹਿਗੁਰੂ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦਿਆਂ ਅੱਜ ਦੇ ਇਸ ਪਵਿੱਤਰ ਸ਼ਬਦ ਅੰਦਰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਦਾਤਾ ਨਹੀਂ ਹੈ, ਕੋਈ ਹੋਰ ਮਾਲਕ ਨਹੀਂ ਹੈ। ਸਭ ਦਾਤਾਂ ਦੇਣ ਵਾਲਾ ਸਿਰਫ ਉਹੀ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਤੇ ਜਿਹਦੇ ਮਨ ਵਿੱਚ ਗੁਰੂ ਕਿਰਪਾ ਨਾਲ ਉਹ ਵਾਹਿਗੁਰੂ ਆ ਵਸਦਾ ਹੈ, ਉਸ ਨੂੰ ਸਦਾ ਸੁੱਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ ਮੈਂ ਸੌ ਦਾਤਾ ਏਕ ਹੈ, ਅਵਰ ਨਾਹੀ ਕੋਈ। ਮੇਰੇ ਲਈ ਮੇਰਾ ਉਹ ਵਾਹਿਗੁਰੂ ਹੀ ਦਾਤਾ ਹੈ, ਮੇਰਾ ਉਹੀ ਪਤੀ ਪਰਮੇਸ਼ਰ, ਮੇਰਾ ਸਭ ਕੁਝ ਉਹੀ। ਉਸ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਗੁਰ ਕਿਰਪਾ ਤੇ ਹਰ ਮਨ ਵਸੈ, ਗੁਰੂ ਦੀ ਕਿਰਪਾ ਰਾਹੀਂ ਉਹ ਵਾਹਿਗੁਰੂ ਮਨ ਵਿੱਚ ਵਸ ਜਾਂਦਾ ਹੈ, ਤਾਂ ਸਦਾ ਸੁਖ ਹੋਈ, ਤਾਂ ਹਮੇਸ਼ਾ ਸੁਖ ਹਾਸਲ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹ ਸਭ ਕਾਸੇ ਦਾ ਮਾਲਕ ਉਹ ਇੱਕੋ ਹੀ ਹੈ। ਉਸ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਇੱਥੇ। ਸਭ ਉਹੀ, ਸਭ ਦਾ ਦਾਤਾ, ਸਭ ਦਾਤਾਂ ਦੇਣ ਵਾਲਾ ਉਹੀ, ਉਹਦੇ ਤੋਂ ਬਿਨਾਂ ਨਹੀਂ ਕੋਈ ਹੈ। ਜਿਹਦੇ ਰਾਹੀਂ ਤੁਸੀਂ ਵੇਖ ਲਵੋ ਸਾਨੂੰ ਜੋ ਵੀ ਮਿਲ ਰਿਹਾ ਹੈ ਉਸ ਵਾਹਿਗੁਰੂ ਰਾਹੀਂ ਮਿਲ ਰਿਹਾ ਹੈ। ਹਾਂ, ਸਾਧਨ ਕੋਈ ਵਿੱਚ ਹੋ ਸਕਦਾ ਹੈ, ਦੇਣ ਵਾਲਾ ਉਹ ਪਰਮੇਸ਼ਰ ਹੈ, ਉਹ ਮਾਂ ਰਾਹੀਂ ਬਾਪ ਰਾਹੀਂ ਦੇ ਰਿਹਾ ਹੈ, ਮਾਂ ਦੇ ਜ਼ਰੀਏ ਦੇ ਰਿਹਾ ਹੈ, ਪਿਤਾ ਦੇ ਜ਼ਰੀਏ ਦੇ ਰਿਹਾ ਹੈ। ਉਹ ਸਾਨੂੰ ਸਭ ਦਾਤਾਂ ਦਿੰਦਾ ਹੈ ਕਿਸੇ ਦੇ ਜ਼ਰੀਏ। ਆਪਣੇ ਆਪ ਨੂੰ ਉਹ ਸਾਹਮਣੇ ਪ੍ਰਗਟ ਨਹੀਂ ਕਰਦਾ, ਕਦੇ ਇਸ ਗੱਲ ਦਾ ਪ੍ਰਗਟਾਵਾ ਨਹੀਂ ਕਰਦਾ ਕਿ ਦੇਣ ਵਾਲਾ ਮੈਂ ਹਾਂ। ਉਹ ਮਾਂ ਨੂੰ ਜਾਂ ਬਾਪ ਨੂੰ ਦਾਤਾ ਬਣਾ ਕੇ ਪੇਸ਼ ਕਰ ਦਿੰਦਾ ਹੈ। ਮਾਂ ਜਨਮਦਾਤਾ, ਪਿਤਾ ਜਨਮਦਾਤਾ, ਪਿਤਾ ਮਾਤਾ ਚੀਜ਼ਾਂ ਦੇਣ ਵਾਲੇ। ਦੁਨੀਆ ਇਹ ਜਾਣਦੀ, ਜਿਹੜੇ ਥੋੜੇ ਗਹਿਰਾਈ ਵਿੱਚ ਉਤਰਦੇ ਨੇ ਗੁਰਮੁਖ ਭਗਤ, ਉਹ ਜਾਣਦੇ ਨੇ ਕਿ ਮਾਂ ਰਾਹੀਂ ਪਿਤਾ ਰਾਹੀਂ ਉਹੀ ਜਨਮ ਦੇਣ ਵਾਲਾ। ਇਸ ਲਈ ਜਗਜੀਵਨ ਕਿਹਾ ਗਿਆ ਵਾਹਿਗੁਰੂ ਨੂੰ। ਜਗਜੀਵਨ ਕਿ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ।
ਜਨਮਦਾਤਾ, ਕਿਉਂਕਿ ਸਭ ਅਸੀਂ ਉਹਦੇ ਤੋਂ ਹੀ ਪੈਦਾ ਹੋਏ, ਅਸੀਂ ਸਭ ਉਹਦੇ ਤੋਂ ਹੀ ਉਪਜੇ, ਉਹਦੇ ਤੋਂ ਹੀ ਜਨਮੇ। ਇਸ ਕਰਕੇ ਸਤਿਗੁਰੂ ਕਹਿੰਦੇ ਮੇਰੇ ਵਾਸਤੇ ਉਹੀ ਵਾਹਿਗੁਰੂ ਹੈ ਸਭ ਕੁਝ। ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਹਜ਼ੂਰ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡਾ ਜਨਮ ਮਰਨ ਕੱਟਿਆ ਜਾਏ, ਸਾਡਾ ਕਲਿਆਣ ਹੋਵੇ, ਅਸੀਂ ਵੀ ਤਰ ਜਾਈਏ, ਸਾਡਾ ਪਰਿਵਾਰ ਵੀ ਤਰ ਜਾਵੇ, ਐਸੀ ਸਾਡੇ ਤੇ ਰਹਿਮਤ ਕਰੋ। ਤਾਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਆਪਣੇ ਆਪ ਨੂੰ ਉਸ ਵਾਹਿਗੁਰੂ ਦੇ ਦਾਸ ਜਾਣ ਲਵੋ, ਕਿ ਅਸੀਂ ਉਸ ਪਰਮੇਸ਼ਰ ਦੇ ਦਾਸ ਹਾਂ, ਉਸ ਵਾਹਿਗੁਰੂ ਦੇ ਸੇਵਕ। ਤੇ ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ, ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ, ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਦਾ ਸੇਵਕ ਜਾਣ ਲਵੋ। ਤੁਸੀਂ ਸੇਵਕ ਵਾਹਿਗੁਰੂ ਦੇ ਤੇ ਤੁਹਾਡਾ ਪਰਿਵਾਰ ਵੀ ਵਾਹਿਗੁਰੂ ਦਾ ਸੇਵਕ, ਉਹਦਾ ਦਾਸ। ਜਦੋਂ ਇਸ ਢੰਗ ਨਾਲ ਆਪਣੇ ਆਪ ਨੂੰ ਦਾਸ ਜਾਣ ਕੇ, ਵਾਹਿਗੁਰੂ ਨੂੰ ਮਾਲਕ ਜਾਣ ਕੇ ਤੁਸੀਂ ਉਹਦੀ ਸੇਵਾ ਵਿੱਚ ਲੱਗੋਗੇ, ਉਹਦੇ ਸਿਮਰਨ ਵਿੱਚ ਲੱਗੋਗੇ, ਉਹਦੇ ਕਾਰਜ ਵਿੱਚ ਲੱਗੋਗੇ, ਤਾਂ ਤੁਹਾਡਾ ਕਾਰਜ ਸਫਲ ਹੋਵੇਗਾ। ਚਾਹੇ ਉਹ ਕਾਰਜ ਧਾਰਮਿਕ ਹੋਵੇ ਤੇ ਚਾਹੇ ਦੁਨਿਆਵੀ। ਤੁਸੀਂ ਸੰਸਾਰਕ ਕੰਮ ਕਰ ਰਹੇ ਹੋ ਚਾਹੇ ਕੋਈ ਧਾਰਮਿਕ। ਆਪਣੇ ਆਪ ਨੂੰ ਦਾਸ ਜਾਣਨਾ, ਦਾਸ ਭਾਵਨਾ ਨਾਲ, ਸੇਵਕ ਭਾਵ ਨਾਲ ਉਸ ਵਾਹਿਗੁਰੂ ਦੇ ਚਰਨਾਂ ਤੇ ਜੁੜਨਾ, ਉਹਦੀ ਸੇਵਾ ਕਮਾਉਣਾ, ਸੇਵਾ ਭਾਵਨਾ ਇਹ ਹੋਵੇ। ਸਤਿਗੁਰੂ ਜੀ ਨੇ ਕਿਹਾ ਕਿ ਮਾਲਕ ਨੂੰ ਫਿਕਰ ਹੁੰਦੀ ਹੈ, ਦਾਸ ਨੂੰ ਨਹੀਂ। ਸੇਵਕ ਨੂੰ ਕੋਈ ਕਾਹਦੀ ਫਿਕਰ? ਸੇਵਕ ਨੇ ਤਾਂ ਮਾਲਕ ਦੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਜੋ ਤੁਸੀਂ ਆਪਣੇ ਘਰ ਦੇ ਵਿੱਚ ਨੌਕਰ ਰੱਖਿਆ ਹੋਵੇਗਾ, ਨੌਕਰ ਕੀ ਕਰਦਾ ਹੈ? ਨੌਕਰ ਤੁਹਾਡੇ ਘਰ ਦੀ ਚਿੰਤਾ ਨਹੀਂ ਕਰਦਾ। ਉਹਨੂੰ ਚਿੰਤਾ ਕਰਕੇ ਕੀ ਲੈਣਾ? ਉਹ ਤੁਹਾਡੇ ਘਰ ਦੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਦਾ ਹੈ, ਸਾਫ਼ ਸਫਾਈ ਕਰਦਾ ਹੈ, ਦੇਖ ਰੇਖ ਕਰਦਾ ਹੈ। ਉਹਦਾ ਕੰਮ ਇਹ ਹੈ। ਫਿਕਰ ਕਰਨਾ, ਚਿੰਤਾ ਕਰਨਾ, ਇਹ ਤੁਹਾਡਾ ਕੰਮ ਹੈ, ਮਾਲਕ ਦਾ ਕੰਮ ਹੈ, ਨੌਕਰ ਦਾ ਨਹੀਂ। ਸਤਿਗੁਰੂ ਕਹਿੰਦੇ ਜਦੋਂ ਤੁਸੀਂ ਆਪਣੇ ਆਪ ਨੂੰ ਦਾਸ ਜਾਣ ਕੇ ਇਸ ਸੰਸਾਰ ਵਿੱਚ ਵਿਚਰੋਗੇ, ਇਸ ਜੀਵਨ ਵਿੱਚ ਵਿਚਰੋਗੇ, ਤਾਂ ਸਾਰੀਆਂ ਫਿਕਰਾਂ ਉਸ ਵਾਹਿਗੁਰੂ ਨੂੰ ਹੋਣਗੀਆਂ, ਸਭ ਚਿੰਤਾਵਾਂ ਉਸ ਨੂੰ ਹੋਣਗੀਆਂ। ਤੁਸੀਂ ਸਿਰਫ ਦੇਖ ਰੇਖ ਕਰਨੀ, ਤੁਸੀਂ ਸਿਰਫ ਸਾਂਭ ਸੰਭਾਲ ਕਰਨੀ। ਮਾਲਕ ਉਸ ਵਾਹਿਗੁਰੂ ਨੂੰ ਜਾਣਨਾ ਕਿ ਇਸ ਘਰ ਦਾ ਮਾਲਕ ਉਹ ਵਾਹਿਗੁਰੂ, ਜ਼ਮੀਨ ਦਾ ਮਾਲਕ ਉਹ ਪਰਮੇਸ਼ਰ, ਮੈਂ ਤੇ ਸੰਭਾਲਣ ਵਾਲਾ ਹਾਂ, ਮੈਨੂੰ ਤਾਂ ਉਸਨੇ ਸੰਭਾਲਣ ਲਈ ਲਾਇਆ ਹੋਇਆ। ਸਤਿਗੁਰੂ ਕਹਿੰਦੇ ਜਦੋਂ ਇਸ ਢੰਗ ਨਾਲ ਤੁਸੀਂ ਜੀਵਨ ਵਿੱਚ ਵਿਚਰੋਗੇ ਤਾਂ ਅੰਤ ਨੂੰ ਮੁਕਤ ਹੋਵੋਗੇ। ਜਨਮ ਮਰਨ ਕੱਟਿਆ ਜਾਏਗਾ। ਜਨਮ ਮਰਨ ਦਾ ਬੰਧਨ ਪੈਂਦਾ ਹੀ ਇਸ ਕਰਕੇ ਹੈ
कि असी अपने आप नूं मालक समझ लैंदे आ, वाहिगुरू नूं मालक समझण दी बजाए। असी खुद नूं दाता समझ लैंदे आ, वाहिगुरू नूं दाता समझण दी बजाए। असी अक्सर कह बैठते हैं अपने बच्चों नूं कि असी तैनूं आ कुछ दिता, असी तेरे लिए आ कुछ किया। असी अक्सर सुना दिंदे आ, दान करके सुना दिंदे आ। असी लोग किसी दी मदद करके असी सुना दिंदे आ, किसी नूं पानी दा घुट पिया के भी असी सुना दिंदे आ कि तैनूं पानी दा घुट पियाया सी। असी लोग ऐसे हाँ। वो वाहिगुरू दाता ऐसा है कि वो दे के कदे जणाउंदा नहीं, वो कदे जताउंदा नहीं। उन्हें सानू कदे नहीं कहा कि मैं तैनूं धीआं पुत्त दिते, मैं तैनूं घर बार दिता, मैं तैनूं चीज़ां दित्तियां। वो कदे नहीं जणाउंदा। सतगुरु कहंदे उन्होंने जरा भी तमा नहीं है, क्योंकि उहदा प्रेम ऐसा ही है। उहदा प्रेम ऐसा है। प्रेम का मतलब ही ये है कि जताना नहीं है अपने आप को कुछ कि मैं तेरे लिए कीता। जदों मैं आ गई तो फिर तो साडा कीता करिया सब बेकार गया। अपने आप को जताउण दा मतलब, प्रगट करन दा मतलब कि मैं हाँ, मैं करिया। बस यही साडा मैं। उहदे कोल होण दे बावजूद भी सानू उहदे कोल नहीं होण दिंदा, इसलिए असीं खाली रह जांदे हां। इसलिए साडा सब कीता करिया बेकार हो जाता है। इस करके सतगुरु कहंदे उस नूं जान कि वो है दाता, अपने आप नूं नहीं। उस नूं सिर्फ जानना। गुर किरपा ते मन वसै। गुरु दी किरपा राही वो वाहिगुरू मन विच वस जांदा है। गुरु की किरपा नाल उहदा वासा साडे मन विच हो जाता है, तां सदा सुख होई। सतगुरु कहंदे तां सुख हुंदा है हमेशा। सदैव सुख साडे जीवन विच तां आउंदा है जदों वो वाहिगुरू साडे मन विच आ वसदा है। साडे घर विच चीज़ां आ जाण तो जरूरी नहीं है कि चीज़ों के आने नाल सुख आवेगा ही। ऐसे बहुत सारे लोग ने जिन्हों के घर दे विच हर चीज़ है, हर चीज़ मौजूद है, पर फिर भी वो लोग सुखी नहीं है, फिर भी वो लोग दुखी ने। सतगुरु कहंदे जिन्हां दे हिरदे घर दे विच वाहिगुरू आ वसदा है, वो बंदे सुखी ने, भावें उन्हां दे घर विच सारियां चीज़ां ना होण। बेशक घर विच चीज़ां दी कमी है, पर सुख दी कमी नहीं है। बेशक रोटी भावें घर विच सिर्फ एक वक्त ही मिलती होवे, पर सुख हर वेले है, आनंद हर वेले, क्योंकि वाहिगुरू हिरदे विच वसिया होया है। वो परमेश्वर हिरदे विच वसिया होया है। इसलिए कोशिश करना ये कि वो वाहिगुरू हिरदे विच वसे, वो परमेश्वर हिरदे विच वसे। वो वसेगा तो सुख आएगा, वो साडे हिरदे विच समाएगा तो असीं सुखी होवांगे। उस तो बिना असीं सुखी नहीं हुंदे, उस तो बिना साडे जीवन विच सुख नहीं आउंदा है। इसलिए
ਕੋਸ਼ਿਸ਼ ਹਮੇਸ਼ਾ ਹੀ ਇਹ ਕਰਨਾ ਕਿ ਉਹ ਸਾਡੇ ਹਿਰਦੇ ਵਿੱਚ ਵਸ ਜਾਵੇ। ਆਪਣੇ ਹਿਰਦੇ ਦਾ ਦਰਵਾਜ਼ਾ ਖੋਲ ਕੇ ਰੱਖਣਾ। ਲੋਕ ਘਰਾਂ ਦੇ ਦਰਵਾਜ਼ੇ ਤਾਂ ਖੋਲ ਲੈਂਦੇ ਨੇ, ਪਰ ਆਪਣੇ ਦਿਲ ਦਾ ਦਰਵਾਜ਼ਾ ਨਹੀਂ ਖੋਲਦੇ। ਇਸ ਲਈ ਵਾਹਿਗੁਰੂ ਬਹੁਤ ਦਫਾ ਆਉਂਦਾ ਹੈ ਤੇ ਉਹਨੂੰ ਵਾਪਸ ਮੁੜਨਾ ਪੈ ਜਾਂਦਾ ਹੈ, ਕਿਉਂਕਿ ਅਸੀਂ ਘਰ ਦਾ ਹੀ ਦੁਆਰ ਖੋਲਿਆ, ਹਿਰਦੇ ਦਾ ਨਹੀਂ। ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣੇ ਘਰ ਲੈ ਜਾ ਸਕਦੇ ਹੋ, ਪਰ ਗੁਰੂ ਦੇ ਸ਼ਬਦ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਲਿਜਾ ਸਕਦੇ ਹੋ। ਗੁਰੂ ਨੂੰ ਇੱਕ ਦਿਨ ਵਾਸਤੇ, 3 ਦਿਨ ਵਾਸਤੇ ਜਾਂ ਇੱਕ ਹਫ਼ਤੇ ਵਾਸਤੇ ਤੁਸੀਂ ਆਪਣੇ ਘਰ ਲਿਜਾ ਸਕਦੇ ਹੋ, ਪਰ ਗੁਰੂ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਸਕਦੇ ਹੋ, ਹਮੇਸ਼ਾ। ਤੇ ਜਦੋਂ ਉਹ ਹਮੇਸ਼ਾ ਲਈ ਸਾਡੇ ਹਿਰਦੇ ਵਿੱਚ ਵਸ ਜਾਂਦਾ ਤਾਂ ਫਿਰ ਸੁੱਖ ਹੀ ਸੁੱਖ ਹੁੰਦਾ, ਫਿਰ ਆਨੰਦ ਹੀ ਆਨੰਦ ਹੁੰਦਾ, ਫਿਰ ਕੁਝ ਦੁੱਖ ਹੈ ਹੀ ਨਹੀਂ। ਜਦੋਂ ਗੁਰੂ ਸਾਡੇ ਘਰ ਵਿੱਚ ਗਿਆ ਹੁੰਦਾ ਨਾ, ਤਾਂ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਹਾਂ ਕਿ ਸ਼ਾਂਤ ਰਹੀਏ, ਰੌਲਾ ਨਾ ਪਾਈਏ, ਆਪ ਸ਼ਾਂਤ ਰਹੀਏ, ਬੱਚਿਆਂ ਨੂੰ ਸ਼ਾਂਤ ਰੱਖੀਏ, ਘਰ ਵਿੱਚ ਕੋਈ ਸ਼ੋਰ ਸ਼ਰਾਬਾ ਨਾ ਹੋਵੇ, ਕੋਈ ਰੌਲਾ ਨਾ ਹੋਵੇ, ਕੋਈ ਗਲਤ ਕੰਮ ਨਾ ਹੋਵੇ। ਕਿਉਂ? ਕਿਉਂਕਿ ਗੁਰੂ ਘਰ ਵਿੱਚ ਹੈ। ਜਿਸ ਦਿਨ ਗੁਰੂ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਉਸ ਦਿਨ ਕੈਸੀ ਸ਼ਾਂਤੀ ਵਾਪਰਦੀ ਹੋਵੇਗੀ, ਜਰਾ ਇਹਦਾ ਅੰਦਾਜ਼ਾ ਲਾਓ। ਜਦੋਂ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਜਾਂਦੇ ਨੇ ਤਾਂ ਅਸੀਂ ਸਭ ਸ਼ਾਂਤ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੌਲਾ ਨਹੀਂ ਪਾਉਣਾ, ਬਿਲਕੁਲ ਸ਼ਾਂਤ, ਇੱਥੋਂ ਤੱਕ ਭਾਂਡਿਆਂ ਦਾ ਖੜਾਕ ਵੀ ਨਹੀਂ ਕਰਨਾ, ਸ਼ਾਂਤੀ ਰੱਖਣੀ। ਇਹ ਤਾਂ ਸਿਰਫ ਗੁਰੂ ਦੀ ਫਿਜ਼ੀਕਲੀ ਪ੍ਰੈਜ਼ੈਂਸ ਹੈ, ਪਰ ਜਿਸ ਦਿਨ ਗੁਰੂ ਸਾਡੇ ਹਿਰਦੇ ਵਿੱਚ ਵਸਦਾ ਹੈ, ਉਸ ਵਕਤ ਜੋ ਸ਼ਾਂਤੀ ਹੋਵੇਗੀ ਉਹਦਾ ਤੁਸੀਂ ਅਨੁਭਵ ਲਓ। ਉਸ ਵਕਤ ਜੋ ਆਨੰਦ ਵਾਪਰੇਗਾ ਉਹ ਦੱਸਿਆ ਨਹੀਂ ਜਾ ਸਕਦਾ। ਬਿਲਕੁਲ ਟਿਕਾ, ਬਿਲਕੁਲ ਸ਼ਾਂਤੀ। ਸਤਿਗੁਰੂ ਕਹਿੰਦੇ ਸਦਾ ਸੁਖ ਹੋਈ, ਸਦਾ ਸੁਖ। ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਜਾਣਾ ਉਹ ਇਸ ਗੱਲ ਦਾ ਪ੍ਰਤੀਕ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਘਰ ਵਿੱਚ ਆਉਣ ਨਾਲ ਜੇ ਬਾਹਰੀ ਸ਼ਾਂਤੀ ਮਿਲ ਜਾਂਦੀ ਹੈ, ਜੇ ਗੁਰੂ ਹਿਰਦੇ ਵਿੱਚ ਆ ਗਿਆ ਤੇ ਕਿੰਨੀ ਸ਼ਾਂਤੀ ਮਿਲੇਗੀ, ਕਿੰਨਾ ਟਿਕਾ ਮਿਲੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਹਰ ਕੈ ਭਾਣੈ ਸਤਿਗੁਰ ਮਿਲੈ। ਜਦੋਂ ਅਸੀਂ ਉਹਦੇ ਭਾਣੇ ਵਿੱਚ ਤੁਰ ਪੈਂਦੇ ਹਾਂ, ਉਹਦੀ ਰਜ਼ਾ ਵਿੱਚ, ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਂਦੇ ਹਾਂ। ਤੁਸੀਂ ਦੇਖੋ ਆਪਣਾ ਆਲਾ ਦੁਆਲਾ, ਜੋ ਕੁਝ ਤੁਹਾਨੂੰ ਮਿਲਿਆ ਹੋਇਆ, ਪਤਨੀ, ਬੱਚੇ, ਘਰ-ਬਾਰ, ਚੀਜ਼ਾਂ, ਸਾਰਾ ਕੁਝ ਦੇਖੋ, ਉਹਨੂੰ ਗੌਰ ਨਾਲ ਦੇਖਣਾ, ਉੱਪਰਲੀ ਨਜ਼ਰ ਨਿਗਾਹ ਨਾਲ ਨਹੀਂ, ਗੌਰ ਨਾਲ, ਧਿਆਨ ਨਾਲ। ਸਭ ਕੁਝ ਮਿਲਿਆ ਹੋਇਆ, ਜੋ ਕੁਝ ਮਿਲਿਆ ਉਹਦੇ ਵਿੱਚ ਸੁੱਖ ਨੂੰ ਦੇਖੋ ਕਿ ਸੁੱਖ ਹੈ, ਇਸ ਚੀਜ਼ ਨਾਲ ਆ ਸੁੱਖ ਹੈ, ਫਲਾਣੇ ਨਾਲ ਆ ਸੁੱਖ, ਬੜਾ ਸੁੱਖ ਹੈ, ਬੜਾ ਆਨੰਦ ਹੈ, ਜਰਾ ਵੇਖੋ ਉਸ ਨੂੰ। ਸਤਿਗੁਰੂ ਕਹਿੰਦੇ ਹਰ ਕੈ ਭਾਣੈ, ਉਹਦੇ ਭਾਣੇ ਵਿੱਚ ਤੁਰਿਆ। ਜਦੋਂ ਅਸੀਂ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਂਦੇ ਹਾਂ, ਜਿੱਥੇ ਅਸੀਂ ਹਾਂ ਉੱਥੇ ਰਾਜ਼ੀ ਹੋ ਗਏ, ਜਿੱਥੇ ਮੌਜੂਦ ਹਾਂ ਉੱਥੇ ਰਾਜ਼ੀ, ਕਿ ਸੁੱਖ ਹੈ ਤਾਂ ਵੀ ਮੈਂ ਰਾਜ਼ੀ, ਦੁੱਖ ਹੈ ਤਾਂ ਵੀ ਮੈਂ ਰਾਜ਼ੀ। ਜੇ ਦੁੱਖ ਹੈ ਤਾਂ ਕੋਈ ਗਿਲਾ ਸ਼ਿਕਵਾ ਨਹੀਂ, ਤਾਂ ਇਸ ਗੱਲ ਵਾਸਤੇ ਕੋਈ ਦੁੱਖ ਤਕਲੀਫ ਨਹੀਂ, ਕੁਛ ਨਹੀਂ, ਠੀਕ ਹੈ। ਜੇ ਦੁੱਖ ਹੈ ਤਾਂ ਦੁੱਖ ਹੀ ਸਹੀ। ਸਤਿਗੁਰੂ ਕਹਿੰਦੇ ਜਦੋਂ ਬੰਦਾ
इस तरह वाहिगुरू दे भाणे विच चल पैंदा ना तां गुरु नाल मिलाप फेर हुंदा है, गुरु नाल मेल फेर हुंदा है, फिर सांझ पैंदी गुरु नाल। हर कै भाणे सतगुर मिलै सच सोझी होई, ते जदों गुरु मिल पैंदा तां सच दी सोझी हो जांदी, ਤਾਂ ਅਸੀਂ ਸੱਚ ਤੋਂ ਵਾਕਿਫ ਹੋ ਜਾਂਦੇ ਹਾਂ। ਗੁਰੂ ਸਾਨੂੰ ਸੱਚ ਦਿਖਾ ਦਿੰਦਾ ਹੈ। ਤੁਸੀਂ ਗੁਰੂ ਦੇ ਨੇੜੇ ਹੋਵੋ, ਸਰੀਰ ਕਰਕੇ ਨਹੀਂ, ਮਨ ਕਰਕੇ, ਹਿਰਦੇ ਕਰਕੇ ਗੁਰੂ ਦੇ ਨੇੜੇ ਬੈਠੋ। ਜਿਵੇਂ ਜਿਵੇਂ ਅਸੀਂ ਗੁਰੂ ਦੇ ਨੇੜੇ ਹੁੰਦੇ ਜਾਂਦੇ ਹਾਂ, ਉਵੇਂ ਉਵੇਂ ਸਾਨੂੰ ਮਾਇਆ ਦੀ ਸੱਚਾਈ ਦਿਸਣ ਲੱਗ ਪੈਂਦੀ, ਉਵੇਂ ਉਵੇਂ ਸਾਡੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਜਾਂਦੀ। जिस बंदे दी दृष्टि विशाल है, उस बंदे नूं सुख ही सुख ते आनंद ही आनंद है। इस नूं इंज समझो कि एक बंदा छत दे उपर है मौजूद, 3-4 मंजिलों का घर है, छत उपर मौजूद है, ते एक बंदा हेठां है सब तो थल्ले। जिहड़ा उतां है उस दी दृष्टि बहुत दूर तक जाती है, ਉਹਨੂੰ ਹੇਠਾਂ भी दिखाई ਦਿੰਦਾ, ਉਹਨੂੰ ਆਲੇ ਦੁਆਲੇ भी दिखाई ਦਿੰਦਾ। ਉਹਦੀ दृष्टि बहुत दूर तक जा रही है, ਉਹਨੂੰ ਦੂਰੋਂ ਆਉਂਦਾ ਬੰਦਾ ਵੀ ਜਾਂਦਾ ਦਿਖਾਈ ਦਿੰਦਾ, ਆਉਂਦਾ ਦਿਖਾਈ ਦਿੰਦਾ, ਤੇ ਉਹ ਜਾਂਦਾ ਵੀ ਦੂਰ ਤੱਕ ਦਿਖਾਈ ਦਿੰਦਾ। ਪਰ ਜਿਹੜਾ ਬੰਦਾ ਹੇਠਾਂ ਖੜੋਤਾ ਹੈ, ਉਸ ਦੀ दृष्टि सीमित है, ਉਸ ਨੂੰ सिर्फ नेड़े नेड़े तक ही नज़र आउंदा। कोई आउंदा उहदे नेड़े आवेगा तां उहनूं पता चलेगा, कोई जांदा उहदी दृष्टि दे विच उहनूं उत्थों तक ही पता चलेगा। पर जिहड़ा बंदा उपर खड़ोता है, थल्ले वाले बंदे नूं किसे बंदे दा आउणा उन्नी देर तक नहीं पता चलेगा जिन्नी देर तक उहदे मोहरे नहीं आ जांदा, उहदे सामने नहीं आ जांदा। पर जिहड़ा छत ते खड़ोता है, उहनूं दूरों दिस पैंदा है कि भाई फलाना आ रहा है जां फलानी गड्डी आ रही है, ते हेठां वाला बंदा कहे कि तू झूठ बोलदा, मैनूं तां दिखदा ही नहीं, मैनूं तां दिसदा नहीं। वो कहंदा भाई आ रहा है, मैनूं दिखाई दे रहा है, ते वो लड़ पवे उहदे नाल, तू झूठ बोलदा। जदों वो गड्डी उहदे घर दे मोहरे आके खड़ो जांदी, उहनूं फेर यकीन हुंदा कि हाँ तू सही कहंदा सी। बस ऐसा ही समझ लवो कि किसी की दृष्टि विशाल है तो किसी की दृष्टि संकीर्ण है, छोटी है। किसी की समझ का दायरा बहुत वड्डा है, किसी की समझ का दायरा छोटा है। जिवें एक बच्चा है, उसकी समझ का दायरा बहुत छोटा है, तो उसदे मुकाबले में एक वड्डी उम्र का बंदा है, सियाणा बंदा है, ਉਹਦੀ समझ का दायरा बहुत ज़्यादा है, क्योंकि उसने बहुत कुछ वेख्या, बड़ा कुछ घूमिया फिरिया, दुनिया वेखी है, उन्हें जीवन दे विच बहुत सारे दुख सुख देखे ने, घटनावां देखियां, बड़ा कुछ देखिया, इसलिए ਉਹਦੀ समझ का दायरा वड्डा है। पर बच्चे नूं इंज लगदा है कि जिवें कोई चीज़ टुट गई तां ਉਹ रो पैंदा है, ਉਹ कुरला पैंदा है। सियाणा उन्होंने समझाने की कोशिश करता कि बच्चे कोई गल नहीं, पर वो बच्चा मनता नहीं, क्योंकि उन्होंने लगता कि यही दुनिया सी, यही सब कुछ सी। जबकि वो सियाणा समझता कि कुछ भी नहीं है, तो बेकार सी, एवें ही खिडौना सी बस। बस इस तरह ही जानो कि साडी समझ बहुत छोटी है, बच्चे वर्गी, ते गुरु की समझ बहुत विशाल है। गुरु सानू जो कहते ना कि वाहिगुरू दा भाणा है, कोई गल नहीं, जो हो गया सो हो गया, पर असी कहते नहीं, असी तो मर जावांगे इहदे बिना, असी तो रह नहीं सकते, असी उस बच्चे वर्गे हाँ। साडी समझ बहुत छोटी, पर जिमें जिमें असी गुरु नाल जुड़ते हैं, साडी समझ का दायरा बढ़ता है, साडी समझ विशाल हुंदी जांदी। हौली हौली जिमें एक बच्चा पहला उन्होंने सिर्फ अपने घर का पता है, फिर उसनों अपने घर की गली का पता लगता है,
फिर उसनों अपने महल्ले का पता लगता है, हौली हौली अपने सैक्टर का पता लगता है। फिर वो सारिया गलियां विच अपनी छोटी जी साइकिल दे नाल घुमदा फिरदा है इधर उधर। फिर जिमें जिमें वो वड्डा हुंदा जांदा है उवें उवें वो अपने महल्ले विचों निकलदा है, स्कूल विच जांदा है, स्कूल तो फिर वो वड्डे स्कूल कॉलेज विच जांदा है, फिर वो यूनीवर्सिटी विच जांदा है। ਉਹਦਾ दायरा ਵੱਧਦਾ ਜਾਂਦਾ ਹੈ, ਉਹਦਾ दायरा विशाल ਹੁੰਦਾ ਜਾਂਦਾ ਹੈ। ਜਿਵੇਂ ਅਸੀਂ ਵਿਸ਼ਾਲ ਨਾਲ ਜੁੜਦੇ ਹਾਂ ਤਾਂ ਅਸੀਂ ਵਿਸ਼ਾਲ ਹੁੰਦੇ ਜਾਂਦੇ ਹਾਂ। ਸਾਡਾ ਘਰ ਛੋਟਾ ਸੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਬਾਹਰ ਨਿਕਲੇ ਤਾਂ ਸਾਨੂੰ ਸਮਝ ਆਈ ਕਿ ਦੁਨੀਆ ਬਹੁਤ ਵੱਡੀ ਹੈ। ਸਮਝ ਦਾ ਵਿਕਾਸ ਹੋਇਆ। ਬਸ ਇਸ ਤਰ੍ਹਾਂ ਹੀ अपनी सोच समझ दे दरवाजे हमेशा खुले रखना, क्योंकि उसकी कुदरत बड़ी विशाल है। उस विशाल नाल जुड़ के ही विशालता का पता चलता है। गुरु नाल जुड़ के सतगुरु कहते सच सोझी हुई, सच का पता चल गया, सच की सोझी हो गई। गुरु ने विखा दिता बहुत कुछ, तो उसनूं वेख के लग्या कि मैं तो कुछ भी नहीं, मैं तो ना समझ। इसलिए सियाणा बंदा हमेशा अपने आप को ना समझ ही समझदा। वो कहता जी मैनू तो कुछ पता ही नहीं, क्योंकि उसकी बुद्धि बहुत विशाल है। तो जिहड़ा मूर्ख है वो कहता जी मैं सब कुछ जानदा, क्योंकि उसकी बुद्धि बहुत संकीर्ण है। इसलिए सतगुरु कहते गुर प्रसादी मन वसै। गुरु की कृपा नाल वाहिगुरू मन विच वस जांदा है। गुरु की कृपा नाल परमेश्वर मन विच आ वसदा है। गुर प्रसादी मन वसै हर बूझै सोई। वो हरि वाहिगुरू नूं बुझ लैंदा है। जदों वो मन विच वस गया तो उन्होंने बुझ लईदा है, उन्होंने जान लईदा है। मैं सौ दाता एक है अवर ना ही कोई। मेरा वो मालक, मेरा वो दाता वाहिगुरू है, उहदे तो बिना कोई होर नहीं, उहदे तो बिना होर कोई नहीं। गुर किरपा ते मन वसै। गुरु की कृपा राही वो मन विच वसदा है, तां सदा सुख होई, तां हमेशा सुख हुंदा है। रहाओ इस युग में निरभौ हर नाम है। सतगुरु कहते इस संसार विच वाहिगुरू का नाम ही निरभौ है। वो परमेश्वर ही निरभौ है। बाकी सब तो डरे हुए ने। इत्थे इत्थे डर डर के तो लोग रह रहे ने। लोगों को डर है रोग ना आ जाए, कोई बीमारी ना आ जाए। डर है कि जो चीज़ां मैनूं मिलियां हुई वो किते खुस ना जान। जो कोई मेरा अपना है, मेरा कोई नज़दीकी, मेरा कोई प्यारा, मेरा कोई परिवार वाला, वो ना दुनिया तो चलिया जाए। डर है। मैनू कोई रुतबा मिलिया होया है, कोई माड़ा मोटा अहुदा मिलिया होया है, कोई माड़ी मोटी प्रधानगी मिली हुई है, वो ना चली जाए। डर है। कोई मंत्री का पद मिलिया होया, कोई MLA बनया होया है, कोई माड़ा मोटा MC बनया होया है, किते वो ना चलिया जाए। डर है। डर डर के लोग जी रहे ने। सतगुरु कहते इंज बंदे दे जीवन विच कदे सुख नहीं आउंदा। निरभौ सिर्फ परमेश्वर है। इसलिए उस निरभौ नाल जुड़न वाला बंदा वो कदे नहीं डरदा। चीज़ां चलियां जान वो परवाह नहीं करता, क्योंकि उसनूं पता है कि ये खुस गईयां तां की फर्क पैंदा है, क्योंकि एक दिन मौत आवेगी तां भी खुसणियां ने चीज़ां, तां भी ये मुक ही जाणगियां। कोई बंदा ना खोवेगा, मौत खोलेगी चीज़ां नूं। जमीन जायदाद कोई इहदे ते कब्जा ना करे, पर मौत कब्जा कर लेगी आके, उन्हें लुट लेना सब कुछ। इसलिए सतगुरु कहते उन्होंने समझ आ गई कि निरभौ सिर्फ वाहिगुरू है। निरभौ उहदा नाम है। इस युग में निरभौ हर नाम है, पाइए गुर विचार। गुरु दे शब्द दी विचार राही
ਉਹ ਨਿਰਭਉ ਵਾਹਿਗੁਰੂ ਦਾ ਨਾਮ ਮਿਲਦਾ ਹੈ। ਉਹ ਨਿਰਭਉ ਪਰਮੇਸ਼ਰ ਗੁਰੂ ਦੀ ਵਿਚਾਰ ਰਾਹੀਂ ਹਾਸਲ ਹੁੰਦਾ। ਅਸੀਂ ਆਪਣੀਆਂ ਬਹੁਤ ਵਿਚਾਰਾਂ ਕਰਦੇ ਹਾਂ, ਬੜਾ ਸੋਚਦੇ ਹਾਂ, ਬੜਾ ਵਿਚਾਰਦੇ ਹਾਂ, ਬੜਾ ਸਮਝਦੇ ਹਾਂ। ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਤੇ ਸਮਝਦੇ ਹਾਂ, ਤਦੋਂ ਉਸ ਨਿਰਭਉ ਦਾ ਪਤਾ ਚੱਲਦਾ ਹੈ, ਉਸ ਨਿਰਭਉ ਵਾਹਿਗੁਰੂ ਦਾ ਨਾਮ ਮਿਲਦਾ ਹੈ। ਬਿਨ ਨਾਮੈ ਜਮ ਕੈ ਵਸ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਦੁਨੀਆ ਜਮ ਦੇ ਵਸ ਵਿੱਚ ਪਈ ਹੋਈ ਹੈ। ਅਸੀਂ ਸਭ ਜਮ ਦੇ ਵਸ ਵਿੱਚ ਹਾਂ। ਉਹ ਸਾਨੂੰ ਅੱਜ ਖਤਮ ਕਰਦਾ ਹੈ, ਕੱਲ ਖਤਮ ਕਰ ਦੇ, ਕੌਣ ਜਾਣੇ ਕਦੋਂ ਕਰਦਾ ਹੈ। ਪਰ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ, ਸਤਿਗੁਰੂ ਕਹਿੰਦੇ ਮੌਤ ਉਹਨਾਂ ਨੂੰ ਵੀ ਆਉਂਦੀ ਹੈ, ਪਰ ਉਹ ਡਰ ਡਰ ਕੇ ਨਹੀਂ ਜਿਉਂਦੇ। ਉਹ ਡਰ ਡਰ ਕੇ ਨਹੀਂ ਜਿਉਂਦੇ। ਮਨਮੁਖ ਬੰਦਾ ਉਹ ਡਰ ਕੇ ਜਿਉਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹ ਗਵਾਰ ਹੈ। ਬਿਨ ਨਾਮੈ ਜਮ ਕੈ ਵਸ ਹੈ, ਮਨਮੁਖ ਅੰਧ ਗਵਾਰ। ਇਹ ਦੁਨੀਆ, ਇਹ ਲੁਕਾਈ ਗਵਾਰ ਹੈ, ਅਗਿਆਨਤਾ ਦੇ ਵਿੱਚ ਅੰਨੀ ਹੋਈ ਹੈ। ਇਹਨੂੰ ਗਿਆਨ ਨਹੀਂ ਹੈ, ਇਹਨੂੰ ਸੋਝੀ ਨਹੀਂ ਹੈ, ਇਹਨੂੰ ਅੱਖਾਂ ਹੋਣ ਦੇ ਬਾਵਜੂਦ ਵੀ ਦਿਖਾਈ ਨਹੀਂ ਦਿੰਦਾ ਹੈ। ਹਰ ਕੈ ਭਾਣੈ ਜਨ ਸੇਵਾ ਕਰੈ। ਸਤਿਗੁਰੂ ਕਹਿੰਦੇ ਜਿਹੜਾ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਉਹਦੀ ਸੇਵਾ ਕਰਦਾ ਹੈ, ਜਿਹੜਾ ਉਹਦੀ ਰਜ਼ਾ ਵਿੱਚ ਰਹਿ ਕੇ ਸੇਵਾ ਕਮਾਉਂਦਾ ਹੈ, ਬੂਝੈ ਸੱਚ ਸੋਈ, ਉਹ ਸੱਚ ਨੂੰ ਬੁੱਝਦਾ ਹੈ, ਉਹ ਸੱਚ ਨੂੰ ਜਾਣਦਾ ਹੈ। ਹਰ ਕੈ ਭਾਣੈ ਜਨ ਸੇਵਾ ਕਰੈ, ਬੂਝੈ ਸੱਚ ਸੋਈ। ਹਰ ਕੈ ਭਾਣੈ ਸਾਲਾਹੀਐ, ਭਾਣਾ ਮੰਨਿਐ ਸੁਖ ਹੋਈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਉਹਦੇ ਭਾਣੇ ਵਿੱਚ ਰਹਿ ਕੇ ਉਹਦੀ ਸੇਵਾ ਕਮਾਈ, ਜਿਨ੍ਹਾਂ ਨੇ ਉਹਦੇ ਭਾਣੇ ਵਿੱਚ ਰਹਿ ਕੇ ਉਸ ਨੂੰ ਸਿਮਰਿਆ, ਉਹਨੂੰ ਸਲਾਹਿਆ, ਉਹਦੇ ਭਾਣੇ ਨੂੰ ਮੰਨਿਆ, ਉਹਨਾਂ ਨੂੰ ਹਮੇਸ਼ਾ ਸੁੱਖ ਹੋਇਆ। ਭਾਣਾ ਮੰਨਿਆ ਸੁੱਖ ਹੋਈ। ਭਾਣਾ ਮੰਨਣ ਵਿੱਚ ਹੀ ਸੁੱਖ ਹੈ, ਉਹਦੇ ਭਾਣੇ ਵਿੱਚ ਤੁਰਨ ਵਿੱਚ ਹੀ ਸੁੱਖ ਹੈ, ਆਨੰਦ ਹੈ। ਉਹਦੀ ਰਜ਼ਾ ਤੋਂ ਬਾਹਰ, ਉਹਦੇ ਭਾਣੇ ਤੋਂ ਬਾਹਰ ਸੁੱਖ ਨਹੀਂ ਹੈ। ਗੁਰੂ ਦੇ ਸਿੱਖ ਦਾ ਕੰਮ ਗੁਰੂ ਦੀ ਰਜ਼ਾ ਵਿੱਚ ਤੁਰਨਾ, ਉਹਦੇ ਭਾਣੇ ਵਿੱਚ ਤੁਰਨਾ ਹੈ। ਗੁਰੂ ਜੋ ਕਹੇ ਉਹ ਕਰਨਾ ਹੈ। ਭਾਈ ਗੁਰਦਾਸ ਕਹਿੰਦੇ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਸੋਈ ਕਰਨਾ। ਜੋ ਗੁਰੂ ਫਰਮਾਵੇ, ਜੋ ਗੁਰੂ ਕਹੇ ਉਹ ਕਰਨਾ। ਆਪਣੀ ਮਰਜ਼ੀ ਨਾਲ ਕੁਛ ਨਹੀਂ ਕਿ ਮੇਰੀ ਮਰਜ਼ੀ ਆ ਹੈ, ਮੈਂ ਆ ਚਾਹੁੰਦਾ ਵਾਂ, ਨਹੀਂ। ਗੁਰੂ ਕੀ ਚਾਹੁੰਦਾ ਹੈ? ਸਤਿਗੁਰੂ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਚੰਗੀ ਹੈ ਜਿਹਨੂੰ ਵੇਖ ਕੇ ਗੁਰੂ ਪ੍ਰਸੰਨ ਹੋ ਜਾਏ, ਗੁਰੂ ਮੰਨ ਜਾਏ। ਆਪਣੀ ਮਰਜ਼ੀ ਨਾਲ ਅਸੀਂ ਕੁਝ ਵੀ ਕਰੀ ਜਾਈਏ, ਪਰ ਜੇ ਗੁਰੂ ਖੁਸ਼ੀ ਨਾ ਹੋਇਆ, ਗੁਰੂ ਦਾ ਮਨ ਹੀ ਨਾ ਮੰਨਿਆ, ਤਾਂ ਫਿਰ ਸਤਿਗੁਰੂ ਕਹਿੰਦੇ ਪ੍ਰਵਾਨ ਨਹੀਂ ਹੋਣਾ। ਇਸ ਲਈ ਉਹਦੇ ਭਾਣੇ ਵਿੱਚ ਹੀ ਉਹਨੂੰ ਸੇਵਣਾ, ਉਹਦੇ ਭਾਣੇ ਵਿੱਚ ਹੀ ਉਹਨੂੰ ਸਿਮਰਨਾ, ਉਹਦੇ ਭਾਣੇ ਵਿੱਚ ਹੀ ਤੁਰਨਾ, ਤਾਂ ਹੀ ਸੁੱਖ ਹੈ। ਭਾਣੈ ਮੰਨਿਆ ਸੁਖ ਹੋਈ, ਹਰ ਕੈ ਭਾਣੈ ਜਨਮ ਪਦਾਰਥ ਪਾਇਆ। ਵਾਹਿਗੁਰੂ ਦੇ ਭਾਣੇ ਵਿੱਚ ਚੱਲ ਕੇ ਹੀ ਇਹ ਮਨੁੱਖਾ ਜਨਮ ਦਾ ਜੋ ਅਨਮੋਲ ਪਦਾਰਥ ਹੈ, ਸਤਿਗੁਰੂ ਕਹਿੰਦੇ ਇਸ ਨੂੰ ਬੰਦਾ ਸਫਲ ਪਾ ਲੈਂਦਾ ਹੈ, ਇਹਨੂੰ ਸਫਲ ਕਰ ਲੈਂਦਾ ਹੈ। ਮਤ ਉੱਤਮ ਹੋਈ, ਤੇ ਮਤ ਉੱਤਮ ਹੁੰਦੀ ਹੈ ਉਹਦੀ ਰਜ਼ਾ ਵਿੱਚ ਤੁਰ ਕੇ। ਜਿਵੇਂ ਜਿਵੇਂ ਤੁਸੀਂ ਉਹਦੀ ਰਜ਼ਾ ਵਿੱਚ ਤੁਰੋਗੇ, ਉਹਦੇ ਭਾਣੇ ਵਿੱਚ ਚੱਲੋਗੇ, ਜਿੱਥੇ ਹੋ ਉੱਥੇ ਰਾਜ਼ੀ ਹੋ ਜਾਵੋਗੇ, ਤਾਂ ਹੌਲੀ ਹੌਲੀ ਦੇਖਣਾ ਕਿ ਮਤ ਕਿਵੇਂ ਉੱਤਮ ਹੋ ਗਈ। ਮਤ ਬਿਲਕੁਲ ਪਵਿੱਤਰ ਹੋ ਗਈ, ਮਤ ਸ਼ਾਂਤ ਹੋ ਗਈ। ਉਹਦੀ ਰਜ਼ਾ ਵਿੱਚ ਤੁਰ ਕੇ ਹੀ ਪਤਾ ਚੱਲੇਗਾ। ਕੁਝ ਚੀਜ਼ਾਂ ਉਹਨਾਂ ਨੂੰ ਦੱਸਣਾ ਬੜਾ ਕਠਿਨ ਹੁੰਦਾ ਹੈ, ਕਿਉਂਕਿ ਜਦ ਤੱਕ ਉਹਨਾਂ ਦਾ ਆਤਮ ਨੂੰ, ਸਾਨੂੰ ਖੁਦ ਨੂੰ ਅਨੁਭਵ ਨਾ ਹੋਵੇ, ਅਸੀਂ ਉਹਨਾਂ ਨੂੰ ਜਾਣ ਨਹੀਂ ਸਕਦੇ। ਇਸ ਲਈ ਉਹਦੀ ਰਜ਼ਾ ਵਿੱਚ ਤੁਰੋ, ਹੁਣ ਤੋਂ ਹੀ, ਇਸੇ ਵਕਤ ਤੋਂ ਹੀ ਉਹਦੇ ਭਾਣੇ ਵਿੱਚ ਤੁਰੋ। ਜਿਵੇਂ ਤੁਰੋਗੇ ਤਾਂ ਤੁਸੀਂ ਜਾਣੋਗੇ ਕਿ ਉੱਤਮ ਹੋ ਗਏ, ਮਤ ਪ੍ਰਵਾਨ ਹੋ ਗਈ ਉਹਦੇ ਦਰ। ਨਾਨਕ ਨਾਮ ਸਲਾਹਿ ਤੂੰ
ਗੁਰਮੁਖ ਗਤ ਹੋਈ। ਸਤਿਗੁਰੂ ਕਹਿੰਦੇ ਹੇ ਭਾਈ ਉਸ ਵਾਹਿਗੁਰੂ ਦੇ ਨਾਮ ਨੂੰ ਸਲਾਹ, ਉਹਨੂੰ ਸਿਮਰ। ਗੁਰੂ ਦੇ ਚਰਨਾਂ ਨਾਲ ਜੁੜਿਆ ਗਤ ਹਾਸਲ ਹੁੰਦੀ, ਮੁਕਤੀ ਮਿਲ ਜਾਂਦੀ ਹੈ, ਗਤੀ ਹੋ ਜਾਂਦੀ ਹੈ। ਜਿਹੜਾ ਗੁਰੂ ਚਰਨਾਂ ਨਾਲ ਜੁੜਦਾ ਹੈ ਉਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ। ਉਹ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਜਿਹੜਾ ਗੁਰੂ ਨਾਲ ਜੁੜਦਾ ਹੈ। ਸਤਿਗੁਰੂ ਰਹਿਮਤ ਕਰੇ, ਐਸੀ ਬਖਸ਼ਿਸ਼ ਗੁਰੂ ਸਭ ਦੇ ਉੱਪਰ ਕਰੇ ਕਿ ਸਭ ਬੰਧਨਾਂ ਦੇ ਵਿੱਚ ਰਹਿ ਕੇ ਬੰਧਨਾਂ ਤੋਂ ਮੁਕਤ ਹੋ ਜਾਈਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।